एक तो है बहुत पुराने आ डायमंड वाले जिहड़े आ इन्हां दी इंडस्ट्री बहुत पुरानी आ ते एक वेखो ना हुण आपां बाकी मार्केट फिरी आ जिन्नियां इन्हां कोल थ्रैशरां खलोतियां बुकिंग ये सारियां जिन्नियां खलोतियां ना ये तकरीबन सारियां विकियां इन्हां दियां क्योंकि महंगी चीज़ आ ये सारियां विकियां ने ते ये वेख लो भी किन्नियां इन्हां दियां विकियां वा ते किन्नियां खलोतियां जाण वास्ते। जनाब असी शरीफ वालियां दी चलाई है, डायमंड वालियां दी चलाई है, अजहर वालियां दी चलाई है जी। इन्हां विच हर चीज़ वेखनी चाहिदी है कि दाने जिहड़े ने उन्हां दा भी निज़ाम है बिल्कुल रिजल्ट साफ होवे जी। उस दी बाद जनाब अली बारिश बुरिश होंदी है उस दे विच गिल्लियां भी कणकां आ जांदियां ने दाना तोड़े ना। उस दी बाद जनाब अली इहदे विच पो जिहड़ा है वो दरमियाना होना चाहिए ना मोटा ना बरीक। ये जनाब जी चौं वेटां विच ना वो ट्रैक्टर नूं ज़ाद रखदी जां तिन्नां वाली लोड पांदी। चौं वेटां विच जिहड़ी है ना वो गड्डी ते लोड नहीं पांदी। अस्सलाम वालेकुम दोस्तों, अपना चैनल पीके ते खुश आमदीद कहने जी सारे भरावां नूं। दोस्तों डायमंड के जरिए लात स्पैशल जी है थ्रैशरां बारे अज की वीडियो बनाई जा रही है। डायमंड काफ़ी भाई कमेंट कर रहे थे कि डायमंड वालों की वीडियो वगैरह की अपडेट दिओ, तुहाडे नाल मुकम्मल तमाम मशीनों का रिव्यू वगैरह शेयर करांगे, कीमतां वगैरह शेयर करांगे। इस तो इलावा तुहानूं मज़ीद डिटेल वगैरह देंगे कि आया कि बुकिंग वगैरह हो रही है या नहीं हो रही तमाम मशीनों का। दोस्तों मैं तुहानूं रिव्यू करवाउंदा वां डायमंड दी थ्रैशर 5 फुटी तैयार खलोती आ ते इहदे विच कुछ तब्दीलियां इन्हां कीतियां वा ते ओह तुहानूं दिखालदे आं भी इन्हां तब्दीलियां किहड़ियां कीतियां वा ते यानी कि पिछले साल नालों एरका नवां मॉडल बनाया वा ओहदे विच की तब्दीलियां कीतियां वा। इधर आओ वाला साहब सब तो पहलों तो आ जिहड़ा छानने वाला आ जिहड़ा वा ये चेंज कर दिता, स्टील दा ला दिता गया वा और बिल्कुल हल्की चादर स्टील का लाया गया वा ताकि जिहड़ा गाला वगैरह जानी कि गिल्ली गंदम दा हुंदा सी ना ये रोकदा सी ते बार हाँ जी यानी कि बार बार इहनूं खिच्चना पैंदा सी जो नवीं थ्रैशर हुंदी सी। एक ते बहुत इन्हां ने अच्छा काम कीता वा। ਇਹਦੇ ਨਾਲ ਹੁਣ ਜੂ ਹੀ ਗਾਲਾ ਥੱਲੇ ਡਿੱਗੇਗਾ ਇਹ ਬਿਲਕੁਲ ਸਲਿੱਪ ਵਾ ਯਾਨੀ ਕਿ ਇਥੋਂ ਸਲਿੱਪ ਕਰਕੇ ਤੇ ਥੱਲੇ ਚਲੇ ਜਾਏਗਾ ਯਾਨੀ ਕਿ ਉੱਤੇ ਗਾਲਾ ਨਹੀਂ ਰੁਕੇਗਾ ਔਰ ਟਰੈਕਟਰ ਤੇ ਲੋਡ ਨਹੀਂ ਆਏਗਾ। ਤੇ ਦੂਸਰਾ ਜਿਹੜਾ ਵਾ ਇੱਕ ਆ ਇਹਨਾਂ ਤਬਦੀਲੀ ਕੀਤੀ ਹੈ ਇਹਦੇ ਵਿੱਚ ਆ ਜਿਹੜੀ ਪੁਲੀ ਹੈ ਵੱਡੀ ਪਾ ਦਿੱਤੀ ਆ ਛੋਟੀ ਪਾ ਦਿੱਤੀ ਉਹਦੇ ਹਿਸਾਬ ਦੇ ਨਾਲ ਤੇ ਇਹਦੇ ਨਾਲ ਵੀ ਟਰੈਕਟਰ ਤੇ ਜਿਹੜਾ ਲੋਡ ਵਾ ਉਹ ਘਟ ਜਾਏਗਾ ਯਾਨੀ ਕਿ ਪੁਲੀਆਂ ਤੋਂ ਗੇੜਿਆਂ ਦੀ ਐਡਜਸਟ ਕਰ ਦਿੱਤੀ ਆ। ਇਹ ਹੁਣ ਪਤਾ ਨਹੀਂ ਕਿਹੜੇ ਟਰੈਕਟਰ ਵਾਸਤੇ ਇਹਨਾਂ ਨੇ ਬਣਾਈ ਆ, ਬਸ ਜਿਹੜੇ ਵੀ ਟਰੈਕਟਰ ਵਾਸਤੇ ਨਾ ਬਣਾਈ ਉਸ ਹਿਸਾਬ ਨਾਲ ਇਹ ਪੁਲੀ ਪਾਉਂਦੇ ਆ। ਕੋਈ ਪੁਲੀ ਕੋਈ ਛੋਟੀ ਹੁੰਦੀ ਆ ਤੇ ਕਈਆਂ ਨੂੰ ਆ ਜਿਹੜੀ ਆ ਇਹ ਯੂਨੀਵਰਸਲ ਪੁਲੀ ਦੇ ਦਿੰਦੇ ਆ ਯਾਨੀ ਕਿ ਛੋਟੇ ਟਰੈਕਟਰ ਲਈ ਤੇ ਛੋਟੇ ਤੇ ਕਰ ਲਓ, ਵੱਡੇ ਲਈ ਤੇ ਵੱਡੇ ਤੇ ਕਰ ਲਓ। ਤੇ ਇਹਦਾ ਬਾਈ ਮੈਨੂੰ ਇਹ ਦੱਸੋ ਇਹਨਾਂ ਦਾ ਕੀ ਮਤਲਬ ਬਿਹਤਰ ਹੈ ਬਾਕੀ ਮਾਰਕੀਟ ਨਾਲ ਮੁxtਲਿਫ ਕਿਵੇਂ ਆ ਕਿ ਇਹਦਾ ਰੇਟ ਹੀ ਜ਼ਿਆਦਾ ਜਾਂ ਹੋਰ? ਇੱਕ ਤੇ ਹੈ ਬਹੁਤ ਪੁਰਾਣੇ ਆ ਇਹ ਡਾਇਮੰਡ ਵਾਲੇ ਜਿਹੜੇ ਆ ਇਹਨਾਂ ਦੀ ਇੰਡਸਟਰੀ ਬਹੁਤ ਪੁਰਾਣੀ ਆ ਤੇ ਇੱਕ ਵੇਖੋ ਨਾ ਹੁਣ ਆਪਾਂ ਬਾਕੀ ਮਾਰਕੀਟ ਫਿਰੀ ਆ ਜਿੰਨੀਆਂ ਇਹਨਾਂ ਕੋਲ ਥ੍ਰੈਸ਼ਰਾਂ ਖਲੋਤੀਆਂ ਬੁਕਿੰਗ ਇਹ ਸਾਰੀਆਂ ਜਿੰਨੀਆਂ ਖਲੋਤੀਆਂ ਨਾ ਇਹ ਤਕਰੀਬਨ ਸਾਰੀਆਂ ਵਿਕੀਆਂ ਇਹਨਾਂ ਦੀਆਂ ਕਿਉਂਕਿ ਮਹਿੰਗੀ ਚੀਜ਼ ਆ ਇਹ ਸਾਰੀਆਂ ਵਿਕੀਆਂ ਨੇ ਤੇ ਇਹ ਵੇਖ ਲਓ ਵੀ ਕਿੰਨੀਆਂ ਇਹਨਾਂ ਦੀਆਂ ਵਿਕੀਆਂ ਵਾ ਤੇ ਕਿੰਨੀਆਂ ਖਲੋਤੀਆਂ ਜਾਣ ਵਾਸਤੇ। ਹਾਂਜੀ ਤੇ ਬਾਕੀ ਅੰਦਰ ਜਾ ਕੇ ਫਿਰ ਹਾਜੀ ਸਾਹਿਬ ਨਾਲ ਵੀ ਗੱਲ ਕਰਾਂਗੇ ਆਪਾਂ, ਉਹ ਵੀ ਦੋਸਤਾਂ ਨਾਲ ਸ਼ੇਅਰ ਕਰਾਂਗੇ ਵੀ ਉਹ ਕੀ ਆਂਦੇ ਨੇ ਆਪਣੀ ਕੰਪਨੀ ਦੇ ਬਾਰੇ। ਬਾਕੀ ਪਿੱਛੇ ਇੱਕ ਦੋ ਤਬਦੀਲੀਆਂ ਇਹਨਾਂ ਕੀਤੀਆਂ ਸਭ ਤੋਂ ਪਹਿਲੇ। ਇੱਕ ਤੇ ਇੱਥੋਂ ਨਜ਼ਰ ਨਹੀਂ ਆਉਣਾ, ਇੱਕ ਤੇ ਇਹ ਜਿਹੜਾ ਛਾਨਣਾ ਸੀ ਨਾ ਛਾਨਣਾ ਇਹਦੇ ਥੱਲੇ ਬਿਲਕੁਲ ਬੰਦ ਕਰ ਦਿੱਤਾ ਸੀ ਛਾਨਣੇ ਨੂੰ। ਅੱਛਾ ਯਾਨੀ ਕਿ ਬੰਦ ਕਰ ਦਿੱਤਾ ਸੀ ਜਦੋਂ ਆਪਾਂ ਇਹਦਾ ਤੋਰੀਆ ਗਾਈ ਦਾ ਨਾ ਸਰੋਂ ਜਾਂ ਤੋਰੀਆ ਪਹਿਲੇ ਜਿਹੜਾ ਉਹ ਬਿਲਕੁਲ ਥੱਲੇ ਡਿੱਗਦਾ ਸੀ। ਹੁਣ ਪਾਰਸ਼ਾ ਲਾ ਦਿੱਤਾ ਪਰਲੀ ਸਾਈਡ ਤੇ ਨਾ ਬੰਦ ਕਰਕੇ ਜਿਹੜਾ ਸਰੋਂ ਤੋਰੀਆ ਵਾ ਉਹ ਪਾਰਸ਼ੇ ਦੇ ਉੱਤੇ ਡਿੱਗਦਾ ਵਾ ਤੇ ਉਹਦੇ ਥਾਣੀ ਜਿਹੜਾ ਪਿੱਛਾ ਚੱਲ ਜਾਂਦਾ ਵਾ ਯਾਨੀ ਕਿ ਥੱਲੇ ਨਹੀਂ ਜਾਂਦਾ, ਸਾਰਾ ਤੋਰੀਆ ਜਿਹੜਾ ਛਾਨਣੇ ਥਾਣੀ ਪਿੱਛਾ ਜਾਂਦਾ ਵਾ। ਤੇ ਬਾਕੀ ਇੱਕ ਆ ਬੂਮ ਲਾ ਦਿੱਤਾ ਵਾ ਇਹਨਾਂ ਨੇ। ਇਹਦਾ ਕੀ ਫਾਇਦਾ ਆ? ਇਹਦਾ ਫਾਇਦਾ ਇਹ ਆ ਵੀ ਆਪਾਂ ਜਦੋਂ ਗੰਦਮ ਗਾਈ ਦੀ ਹੈ ਨਾ ਤੇ ਇਹਦੇ ਪਿੱਛੋਂ ਦਾਣੇ ਪਿੱਛਾ ਨਹੀਂ ਹਟਾਉਣੇ ਪੈਂਦੇ। ਇਹਦੇ ਥੱਲੇ ਆਪਾਂ ਟਰਾਲੀ ਡੱਕ ਲਈਦੀ ਆ ਜਾਂ ਇਹਨਾਂ ਬੋਰਾ ਵਗੈਰਾ ਲਾ ਲਈਦਾ ਵਾ। ਇਹ ਐਡਜਸਟੇਬਲ ਆ, ਇਹਨੂੰ ਯਾਨੀ ਕਿ ਠਾਂ ਕਰ ਲਓ ਖੋਲ ਕੇ ਜਿੰਨਾ ਮਰਜ਼ੀ ਥੱਲੇ ਕਰ ਲਓ ਜਿੰਨਾ ਮਰਜ਼ੀ ਉੱਤੇ ਕਰ ਲਓ। ਬੇਸ਼ੱਕ ਇੱਕ ਆਹ ਥੱਲੇ ਐਡਜਸਟ ਕੀਤੀ ਆ ਇਹਨੂੰ ਖੋਲ ਕੇ ਇੱਥੇ ਕਰ ਲਓ। ਹਾਂਜੀ ਹਾਂਜੀ ਤੇ ਬਾਕੀ ਇਹ ਜਿਹੜੀਆਂ ਸਰਗੋਦੇ ਦੀ ਥ੍ਰੈਸ਼ ਡਾਇਮੰਡ ਵਾਲਿਆਂ ਦੀ ਆ ਛੋਟੇ ਫੀਅਰ ਟਰੈਕਟਰ ਤੇ ਪਾਓ ਤੇ ਬਹੁਤ ਜ਼ਬਰਦਸਤ ਆ। 640 ਤੇ ਪਾਓ ਤੇ ਉਸ ਤੋਂ ਜ਼ਿਆਦਾ ਜ਼ਬਰਦਸਤ ਆ। ਔਰ ਜਿਹੜਾ ਮਹਿਕਮਾ ਜ਼ਰਾਤ ਪੰਜਾਬ ਵਾਲੇ ਆ ਉਹਨਾਂ ਦੀ ਸਬਸਿਡੀ ਤੇ ਥ੍ਰੈਸ਼ਰਾਂ ਦਿੱਤੀਆਂ ਸੀ ਪਿੱਛੇ ਜੇ, ਉਹ ਵੀ ਜਿਹੜੀ ਡਾਇਮੰਡ ਇੰਡਸਟਰੀ ਦੀਆਂ ਦਿੱਤੀਆਂ ਸੀ ਉਹਨਾਂ ਨੇ। ਇਹ ਵੀ ਮੈਂ ਦੱਸਦਾ ਜਾਵਾਂ। ਇਹ ਥ੍ਰੈਸ਼ਰ ਦਾ ਇਹ ਵੀ ਹਿਸਾਬ ਹੁੰਦਾ ਵਾ, ਕੋਈ ਟਰੈਕਟਰ ਹੌਲੀ ਚੱਲਦਾ ਵਾ ਜਾਂ ਜਿੱਤੇ ਪਹਾੜੀ ਚੱਲਦੀ ਹੈ। ਡਾਇਮੰਡ ਦਾ ਕੀ ਰਿਜ਼ਲਟ ਹੈ ਟਰੈਕਟਰ ਤੇ? ਵੇਖੋ ਜੀ ਹਰ ਕੰਪਨੀ ਦੀ ਥ੍ਰੈਸ਼ਰ ਜਿਹੜੀ ਉਹ ਟਰੈਕਟਰ ਤੇ ਡਿਪੈਂਡ ਕਰਦੀ ਆ। ਹਾਂਜੀ ਯਾਨੀ ਕਿ ਅਗਰ ਥ੍ਰੈਸ਼ਰ ਕਹਿ ਲਓ ਵੀ ਜਿਹੜੀ ਆ ਉਹ ਸਹੀ ਨਹੀਂ ਬਣੀ, ਉਹਦੀਆਂ ਪੁਲੀਆਂ ਦੀ ਐਡਜਸਟ ਨਹੀਂ ਗਈ ਸਹੀ ਤੇ ਉਹ ਟਰੈਕਟਰ ਤੇ ਲੋਡ ਡਾਲੇਗੀ ਔਰ ਜਿਹੜਾ ਵਾ ਉਹ ਯਾਨੀ ਕਿ
ਬਹੁਤਾ ਟਾਈਮ ਲੱਗੇ, ਕਹ ਲਓ 100 ਭਰੀ ਕੱਢਣ ਤੇ 1 ਘੰਟਾ ਲਾਉਂਦੀ ਆ, ਤੇ ਉਹ ਜਿਹੜੀ 1.5 ਘੰਟਾ ਜਾਂ 2 ਘੰਟੇ ਲਾਏਗੀ ਇਸ ਤਰ੍ਹਾਂ। ਫਿਰ ਡੀਜ਼ਲ ਦਾ ਖਰਚਾ ਵੀ ਵਧੇਗਾ ਤੇ ਯਾਨੀ ਕਿ ਐਵਰੇਜ ਉਹਦੀ ਘੱਟ ਆਏਗੀ, ਟਰੈਕਟਰ ਤੇ ਲੋਡ ਵੀ ਜ਼ਿਆਦਾ ਪਏਗਾ। ਤੇ ਬਾਕੀ ਜਿਹੜੀਆਂ ਇਹ ਸਰਗੋਦੇ ਵਾਲਿਆਂ ਦੀਆਂ ਮਸ਼ੀਨਾਂ ਨੇ, ਡਾਇਮੰਡ ਵਾਲਿਆਂ ਦੀ, ਇਹ ਅਸੀਂ ਵੇਖਿਆ ਵਾ ਇਹਦੇ ਵਿੱਚ ਗੰਦਮ ਸੁੱਕੀ ਹੋਣੀ ਚਾਹੀਦੀ ਆ। ਅੱਛਾ, ਗੰਦਮ ਅਗਰ ਸੁੱਕੀ ਹੋਵੇ ਤੇ ਮਾਰੋ ਭਰੀ ਉਲਟਾ ਕੇ ਤੇ ਗਰਲ ਕਰਕੇ ਗਾਂ ਲੈ ਜਾਂਦੀ, ਭਾਵੇਂ ਟਰੈਕਟਰ ਛੋਟਾ ਫੀਟ ਹੀ ਕਿਉਂ ਨਾ ਹੋਵੇ। ਤੇ ਬਾਕੀ ਇਹਦੇ ਵਿੱਚ ਛੁਰੀਆਂ ਲਾ ਕੇ ਦਿੱਤੀਆਂ ਨੇ, ਉਹ ਵੀ ਇੱਥੋਂ ਤੋਂ ਨਜ਼ਰ ਨਹੀਂ ਆਉਂਦੀਆਂ, ਬਿਲਕੁਲ ਅੰਦਰ ਆ। ਜਿਸ ਤਰ੍ਹਾਂ ਚਾਪਰ ਮਸ਼ੀਨ ਦੇ ਅੰਦਰ ਨਹੀਂ ਲੱਗੀਆਂ ਹੁੰਦੀਆਂ ਛੁਰੀਆਂ, ਉਹ ਵੀ ਇਹਨਾਂ ਨੇ ਇੱਕ ਕਟਰ ਨੂੰ ਲਾ ਕੇ ਦਿੱਤੀਆਂ ਵਾ, ਯਾਨੀ ਕਿ 120 ਕਟਰ ਆ, ਤੇ ਕਹਿ ਲਓ ਕਿ 60 ਜਿਹੜੀਆਂ ਛੁਰੀਆਂ ਲਾ ਕੇ ਦਿੱਤੀਆਂ, ਉਹ ਨਜ਼ਰ ਨਹੀਂ ਆਉਂਦੀਆਂ, ਉਹ ਵਿੱਚ ਲੱਗੀਆਂ ਵਾ ਇਹਨਾਂ ਦੇ ਨਾਲ। ਉਹ ਵੀ ਇਸ ਮਾਡਲ ਦੇ ਵਿੱਚ ਨਾ ਤਬਦੀਲੀ ਕੀਤੀ ਆ। ਛੁਰੀਆਂ ਦਾ ਵੀ ਕੋਈ ਹਿਸਾਬ ਕਿਤਾਬ ਹੁੰਦਾ ਕਿ ਹੌਲੀਆਂ ਭਾਰੀਆਂ? ਨਹੀਂ, ਛੁਰੀਆਂ ਜਿਹੜੀਆਂ ਵੇਖੋ ਚਾਪਰ ਮਸ਼ੀਨ ਦੇ ਵਿੱਚ ਬਲੇਡ ਹੁੰਦੇ ਆ, ਉਹੀ ਛੁਰੀਆਂ ਲਾਈਆਂ ਹੁੰਦੀਆਂ ਵਾ। ਜੇ ਅਗਰ ਗੰਦਮ ਥੋੜੀ ਬਹੁਤੀ ਨਰਮ ਵੀ ਹੋਵੇ ਨਾ, ਤੇ ਫਿਰ ਜਿਹੜੀਆਂ ਛੁਰੀਆਂ ਉਹ ਜਲਦੀ ਕੱਟ ਦਿੰਦੀਆਂ ਗੰਦਮ ਨੂੰ। ਠੀਕ ਹੈ, ਗੁੱਡ ਹੋ ਗਿਆ। ਬਾਕੀ ਹੋਰ ਕੋਈ ਦੇ ਬਾਰੇ ਕੋਈ ਗੱਲਬਾਤ ਪੁੱਛਣੀ ਤੇ ਮੇਰੇ ਕੋਲ ਪੁੱਛ ਦੱਸ ਲਓ, ਹਰ ਤਰ੍ਹਾਂ ਦੀ ਇਨਫੋਰਮੇਸ਼ਨ ਇਹਦੇ ਬਾਰੇ ਮੈਨੂੰ। ਥ੍ਰੈਸ਼ਰ ਮਸ਼ੀਨ ਹੈ, ਮਾਰਕੀਟ ਦੇ ਤਕਰੀਬਨ ਅਸੀਂ ਵੇਚਦੇ ਪਏ, ਇਹਨਾਂ ਦਾ ਇਹ ਕਹਿਣਾ 10 ਲੱਖ ਤੋਂ ਲੈ ਕੇ 16 ਲੱਖ ਰੁਪਏ ਤੱਕ ਦੇ ਰਹੇ ਆ। ਵੇਖੋ ਜੀ, ਉਹ ਕੀਮਤ ਨਹੀਂ ਆਪਾਂ ਇਸ ਤਰ੍ਹਾਂ ਦੱਸ ਸਕਦੇ ਵੀ ਆਹ ਥ੍ਰੈਸ਼ਰ ਕਿੰਨੇ ਦੀ, ਆਹ ਕਿੰਨੇ ਦੀ ਆ। ਹਾਂਜੀ, ਕਿਉਂਕਿ ਕਈ ਬੰਦੇ ਆ, ਹੁਣ ਇਸ ਥ੍ਰੈਸ਼ਰ ਨੂੰ ਵੇਖੋ ਤੁਸੀਂ, ਇੱਕ ਵੇਟ ਅੱਗੇ ਲੱਗਾ ਵਾ, ਬੜਾ ਹੈਵੀ ਡਿਊਟੀ ਵੇਟ ਆ, ਇੱਕ ਵੇਟ ਇਹਦੇ ਸੈਂਟਰ 'ਚ ਲੱਗਾ ਵਾ, ਆ ਵੀ ਦਿਖਾਓ, ਇੱਕ ਵੇਟ ਇਹਦੇ ਸੈਂਟਰ 'ਚ ਲੱਗਾ ਵਾ, ਇਹ ਵੀ ਬੜਾ ਹੈਵੀ ਡਿਊਟੀ ਆ, ਇੱਕ ਛੋਟਾ ਵੇਟ ਪਿੱਛੇ ਲੱਗਾ ਵਾ। ਕਈ ਬੰਦੇ ਮੈਂ ਦੇਖੇ ਉਹ 4-4 ਵੇਟ ਵੀ ਲਵਾ ਲੈਂਦੇ ਆ, ਯਾਨੀ ਕਿ ਅਗਰ ਚੌਥਾ ਵੇਟ ਵੀ ਲਵਾਉਣਗੇ ਤੇ ਫਿਰ ਉਹਦੀ ਵੀ ਕੀਮਤ ਇਜ਼ਾਫੀ ਪਵੇਗੀ। ਤੇ ਫਿਰ ਕਹਿ ਲਓ ਵੀ ਆ ਬੂਮ ਕਈ ਵੱਡਾ ਲਵਾ ਲੈਂਦੇ ਆ, ਕਈ ਛੋਟਾ ਲਵਾ ਲੈਂਦੇ ਆ, ਉਹ ਫਿਰ ਇਸ ਤਰ੍ਹਾਂ ਕਰਕੇ ਨਾ ਥੋੜਾ ਚੀਜ਼ਾਂ ਦਾ ਕਰਕੇ ਜਿਹੜਾ ਵਾ ਉਹ ਫਰਕ ਆ ਜਾਂਦਾ ਵਾ। ਬਾਕੀ ਕਈ ਜਿਹੜੇ ਆ ਉਹ ਹੋਰ ਨਿੱਕੀਆਂ ਮੋਟੀਆਂ ਚੇਂਜਿੰਗਾਂ ਕਰਵਾ ਲੈਂਦੇ ਆ, ਕਈ ਇਹਨਾਂ ਦੇ ਉੱਤੇ ਕਵਰ ਲਵਾ ਲੈਂਦੇ ਨੇ, ਫਿਰ ਉਹਨਾਂ ਦੇ ਪੈਸੇ ਵੀ ਜਿਹੜੇ ਆ ਉਹ ਇਜ਼ਾਫੀ ਹੋ ਕੇ ਤੇ ਥ੍ਰੈਸ਼ਰ ਦਾ ਰੇਟ ਵੱਧ ਘਟ ਜਾਂਦਾ ਵਾ। ਤੇ ਰੰਧਾਵਾ ਬਾਈ, ਆਪਣੇ ਕੋਲ ਕਿਹੜੀ ਥ੍ਰੈਸ਼ਰ ਚੱਲ ਰਹੀ, ਕਿਹੜੀ ਕੰਪਨੀ ਦੀ? ਭਾਈ ਵੇਖੋ, ਅਸੀਂ ਤਾਂ ਥ੍ਰੈਸ਼ਰ ਛੱਡੀਆਂ ਕਿੰਨੀ ਦੇਰ ਹੀ ਹੋ ਗਈ ਆ। ਹਾਂਜੀ, ਤਕਰੀਬਨ ਕਹਿ ਲਓ ਵੀ ਮੈਨੂੰ ਥ੍ਰੈਸ਼ਰ ਵੇਚੀ ਨੂੰ ਕੋਈ 4 ਸਾਲ ਹੋ ਗਏ ਆ, 4 ਜਾਂ 3 ਸਾਲ ਹੋ ਗਏ ਨੇ ਮੇਰਾ ਖਿਆਲ। ਗਾਲਬਨ 4 ਸਾਲ ਸੀਜ਼ਨ ਲਾਏ ਨੂੰ ਹੋਏ, 3 ਸਾਲ ਹੋਏ ਵੇਚੀ ਨੂੰ। ਤੇ ਆਪਾਂ ਤੋਂ ਥ੍ਰੈਸ਼ਰ ਥਰੂਸ਼ਰ ਜਿਹੜਾ ਰਿਵਾਜ ਆ ਉਹ ਖਤਮ ਹੋ ਗਿਆ ਵਾ, ਤੇ ਕਈਆਂ ਇਲਾਕਿਆਂ ਵਿੱਚ ਜਿਹੜਾ ਵਾ ਥ੍ਰੈਸ਼ਰਾਂ ਬਹੁਤ ਜ਼ਬਰਦਸਤ ਚੱਲਦੀਆਂ ਨੇ, ਕਿਉਂ ਹੱਥ ਦੀ ਕਟਾਈ ਆ, ਰੈਪਰ ਦੀ ਕਟਾਈ ਆ। ਹਾਂਜੀ, ਆਹ ਸੂਰਤ ਹਾਲ ਆ। ਬਾਕੀ ਇਹ ਥ੍ਰੈਸ਼ਰਾਂ ਜਿਹੜੀਆਂ ਵਾ, ਇਹ 400 ਚੱਲ ਥ੍ਰੈਸ਼ਰਾਂ ਵਾ। ਅੱਛਾ, ਯਾਨੀ ਕਿ 400 ਚੱਲਦਾ, ਮੈਂ ਥੋੜਾ ਜਿਹਾ ਤੁਹਾਨੂੰ ਦੱਸਦਾ ਜਾਵਾਂ ਵੀ 400 ਚੱਲ ਥ੍ਰੈਸ਼ਰ ਆਂਦੇ ਕਿੰਨੂੰ ਆ। ਹਾਂਜੀ, ਜਿਹੜਾ ਛੋਟਾ ਫੀਅਰ ਜਾਂ 640 ਟਰੈਕਟਰ ਹੁੰਦਾ ਵਾ, ਉਹਦੀ ਜਿਹੜੀ ਪੁੱਠੀ ਹੁੱਕ ਹੁੰਦੀ ਉਹਦੇ ਡਾਇਰੈਕਟ ਕੁੰਡੇ ਦੇ ਵਿੱਚ ਪੈ ਜਾਂਦੀ ਆ, ਔਰ ਜਿਸ ਵੇਲੇ ਡਾਇਰੈਕਟ ਕੁੰਡੇ ਦੇ ਵਿੱਚ ਪੈ ਜਾਂਦੀ ਆ, ਉਹ ਸ਼ਾਫਟ ਹੁੰਦੀ ਬਿਲਕੁਲ ਛੋਟੀ। ਸ਼ਾਫਟ ਬਿਲਕੁਲ ਛੋਟੀ ਹੁੰਦੀ ਹੈ, ਯਾਨੀ ਕਿ ਬਾਰ-ਬਾਰ ਕੱਢਣੀ ਨਹੀਂ ਪੈਂਦੀ ਸਾਨੂੰ, ਬਿਲਕੁਲ ਇਸੇ ਤਰ੍ਹਾਂ ਹੀ ਟਰੈਕਟਰ ਜੁਪਿਆ ਜਪਾਏ ਖੜ ਕੇ ਜਿੱਥੇ ਮਰਜ਼ੀ ਰੱਖ ਕੇ ਨੂੰ ਚਲਾ ਦਿਓ, ਭਾਵੇਂ ਇੱਥੇ ਇਹਦੇ ਅੱਗੇ ਟਰੈਕਟਰ ਪਾ ਕੇ ਚਲਾ ਦਿਓ। ਇਹ ਨਹੀਂ ਵੀ ਅਲਾਈਨਮੈਂਟ ਉਹਦੀ ਸਿੱਧੀ ਕਰੋਗੇ ਤੇ ਫੇਰ ਹੀ ਚੱਲਣੀ ਆ, ਇਹ ਚੱਕਰ ਕੋਈ ਨਹੀਂ ਆ। ਅੱਛਾ, ਉਹਨੂੰ ਫਿਰ ਆਂਦੇ 400 ਚੱਲ? ਹਾਂਜੀ, ਇਹਨੂੰ ਆਂਦੇ 400 ਚੱਲ। ਤੇ ਇਹਨਾਂ ਦੇ ਸਾਰੇ ਮਾਡਲ 400 ਚੱਲ ਹੀ ਨੇ? ਹਾਂਜੀ, ਇਹਨਾਂ ਦੇ ਤਕਰੀਬਨ ਸਾਰੇ ਮਾਡਲ ਹੀ 400, ਕਿਉਂਕਿ ਐਡਵਾਂਸ ਟੈਕਨੋਲੋਜੀ ਆ। ਇਹ 400 ਚੱਲ ਜਿਹੜੀ ਆ 400 ਚੱਲ ਹੀ ਆ ਇਹਨਾਂ ਦੇ। ਜਿਹੜਾ ਲੰਮੀਆਂ ਸ਼ਾਫਟਾਂ ਵਾਲਾ ਚੱਕਰ ਆ, ਛੋਟੀਆਂ ਮਸ਼ੀਨਾਂ ਵਾਲਾ ਚੱਕਰ ਆ, ਉਹ ਇੱਥੇ ਕੋਈ ਨਹੀਂ ਗਾ ਵੀ। ਬਾਕੀ ਕਈ ਬੰਦੇ ਲੰਮੀਆਂ ਸ਼ਾਫਟਾਂ ਬਣਵਾ ਲੈਂਦੇ ਨੇ, ਤੋਂ ਲੰਮੀਆਂ ਸ਼ਾਫਟਾਂ ਨਾਲ ਫਿਰ ਹੋ ਸਕਦਾ ਕੋਈ ਉਹਨਾਂ ਨੂੰ ਹੋਵੇ ਹਿਸਾਬ, ਫਿਰ ਛੋਟੇ ਛਾਟੇ ਟਰੈਕਟਰ, ਮੈਸੀ ਵਗੈਰਾ ਟਰੈਕਟਰ ਜਿਹੜੇ ਹੁੰਦੇ ਨੇ, ਜਿਨ੍ਹਾਂ ਦੀਆਂ ਹੁੱਕਾਂ ਸੈੱਟ ਨਹੀਂ ਹੁੰਦੀਆਂ, ਉਹ ਫਿਰ ਲੰਮੀ ਸ਼ਾਫਟ ਪਾ ਕੇ ਵੀ ਚਲਾ ਲੈਂਦੇ ਨੇ। ਅੱਛਾ, ਇਹ ਰੰਧਾਵਾ ਬਾਈ, ਮਜ਼ੀਦ ਕੋਈ ਇੱਕ ਜ਼ਿਮੀਂਦਾਰ ਥ੍ਰੈਸ਼ਰ ਦੇ ਵਿੱਚ ਕਿਹੜੀ ਕੋਈ ਮੇਨ ਚੀਜ਼ ਕੋਈ ਵੇਖ ਲੈਣੀ ਚਾਹੀਦੀ? ਅੱਜ ਕੱਲ੍ਹ ਤੁਹਾਨੂੰ ਪਤਾ ਜ਼ਿਮੀਂਦਾਰ ਸੀਜ਼ਨ ਚੱਲ ਰਿਹਾ, ਕੋਈ ਮਸ਼ਵਰਾ ਦੇਣਾ ਚਾਹੋ? ਵੇਖੋ ਜੀ, ਮਸ਼ਵਰਾ ਤੇ ਕੋਈ ਨਹੀਂ, ਮੈਂ ਤਾਂ ਮਸ਼ਵਰਾ ਇਹ ਦੇਣਾ ਚਾਹੂੰ ਕਿ ਅਗਰ ਤੁਹਾਡੇ ਕੋਲ ਛੋਟਾ ਫੀਅਰ ਟਰੈਕਟਰ ਆ ਤੇ ਥ੍ਰੈਸ਼ਰ ਲਓ 4.5 ਫੁੱਟ ਦੀ, ਬਜਾਏ ਇਸ ਦੇ ਕਿ 5 ਫੁੱਟ ਦੀ ਲਓ। ਅਗਰ ਟਰੈਕਟਰ 640 ਆ ਤੇ ਤੁਸੀਂ 5 ਫੁੱਟ ਦੀ ਥ੍ਰੈਸ਼ਰ ਲਓ। ਮੈਂ ਤਾਂ ਇਹ ਥੋੜਾ ਜਿਹਾ ਮਸ਼ਵਰਾ ਦਊਂਗਾ। ਬਾਕੀ ਲੋਕ ਜਿਹੜੀਆਂ ਵਾ ਇਸ ਤੋਂ ਵੱਡਿਆਂ ਦੀ ਵੀ ਡਿਮਾਂਡ ਕਰਦੇ ਨੇ ਆਣ ਕੇ ਤੇ ਇਹਨਾਂ ਨੂੰ ਕਿ ਸਾਨੂੰ ਵੱਡੀਆਂ ਵੀ ਦਿਓ। ਚਲੋ ਠੀਕ ਹੈ ਜੀ, ਬਹੁਤ ਮਿਹਰਬਾਨੀ। ਬਾਕੀ ਇਹ ਮੈਂ ਤੇ ਇਹੀ ਕਹਿਣਾ ਚਾਹੂੰਗਾ ਵੀ ਟਰੈਕਟਰ ਦੇ ਮੁਤਾਬਕ ਆਪਣੇ ਥ੍ਰੈਸ਼ਰ ਬਣਵਾਓ। छोटा वा ट्रैक्टर ते छोटी बनवाओ, वड्डा वा ट्रैक्टर ते वड्डी बनवाओ। ओके जी, ओके। अल्हम्दुलिल्लाह हम हर साल नया मॉडल तैयार करते हैं जी। तो कीमत जो है ये शुरू हो जाती है 10 लाख से लेकर 16 लाख तक जी। इसमें छोटे साइज भी हैं, बड़े भी हैं, और हर किस्म की कैटेगरी है 1 2 3 4। तो ज़मींदार की अपनी ताकत के मुताबिक वो हमसे वो परचेज करता है। हाँ सर, मजीद सानू ये दस्यो जी, ए जी अगर कोई ज़मींदार बुक करवाना चाहे तो बुकिंग मजीद शुरू है कि नहीं? हमारी बुकिंग अक्टूबर में शुरू हो जाती है।
ठीक है। अक्टूबर, नवंबर, दिसंबर, जनवरी, फरवरी और मार्च के 10-15 तारीख तक हम बुक करते हैं। फिर टाइम पीरियड कम हो जाता है, फिर बुकिंग बंद। जब एडवांस बुकिंग होती है तो वो अपनी हैसियत के मुताबिक करता है, टोकन करके जाता है, और जब मशीन कंप्लीट हो जाती है तो उसके बाद फिर वो पूरी रकम फुल पेमेंट दे के ले जाता है। हाँ सर, मजीद अगर कोई बंदा अज बुक करवाता है कितनी देर बाद उन्हें मशीन मिल जाएगी? ये तो फिर देख के बताया जा सकता है, फिर अपने ऑर्डर के मुताबिक उसको डेट दें। मतलब सीजन के उन्हें मिल जाएगी ना? हाँ जी, सीजन तक मिल सकती है। अच्छा ठीक है सर, बहुत मेहरबानी, बहुत शुक्रिया, तुसीं मालूमात दी। ओके जी।